गुरु रूप प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दियां निकटवर्तियां नाल होईयां कुछ हड्डबीतियां आप जी नूं सरवण करा रहे सी। अज दे हिस्से विच इह दर्शाया गया है कि हक हलाल दी अपने हिस्से दी धर्म वेहत कमाई दा अंध खाना परमार्थक जीवन दा एक अहम नुकता है। तो इस विच दो घटनावां आप जी नूं पढ़ के सरवण करा रहे हैं इस गल नूं समझण लई। आओ प्यार नाल सरवण करन दी कोशिश करिए जी। सिरलेख है काले लिख ना लेख, फरीदा जे तू अकल लतीफ काले लिख ना लेख, आपनड़े गिरीवान मैं सिर नीवा कर देख। ऊड़ा दरबार साहब दियां दहलीज़ां ते मत्था टेकदे ही जद एक दिलगीर युवक दे कन्नी ਇਹ ਬਾਬਾ ਫਰੀਦ ਜੀ ਦੇ ਅੱਖਰ ਪਏ, ਉਹਦਾ ਦਿਲ ਪਿਘਲ ਕੇ ਅੱਖਾਂ ਰਾਹੀਂ ਵਹਿ ਤੁਰਿਆ। ਛਮਾ ਛਮ ਹੰਝੂ ਵਹੀ ਜਾਣ ਤੇ ਮਨ ਉਹਦਾ ਪਛਤਾਵੇ ਵਿੱਚ ਅੰਦਰ ਹੀ ਅੰਦਰ ਸੁੰਗੜਦਾ ਨਿਮਰੀ ਭੂਤ ਹੁੰਦਾ ਜਾਵੇ। ਰਾਗੀ ਸਿੰਘ ਪਲਟਾ ਪਲਟਾ ਕੇ ਜੇ ਤੂੰ ਅਕਲ ਲਤੀਫ ਪੜ੍ਹੀ ਜਾਣ ਤੇ ਜਦ ਉਹ ਕਾਲੇ ਲਿਖ ਨਾ ਲੇਖ ਲੰਮੀ ਮਹੀਨ ਦਿਲਵਿਨ ਵੀ ਹੇਕ ਵਿੱਚ ਕਹਿ ਜਾਂਦੇ, ਤਦ ਉਸ ਯੁਵਕ ਦੇ ਪਰਤ ਦਰ ਪਰਤ ਚੋਂ ਕੋਈ ਕੜ ਪਾੜ ਜਾਂਦਾ ਤੇ ਹੰਝੂ ਵਹਿ ਟੁਰਦੇ। ਇਸੇ ਮਜਜ਼ੂਬ ਯਾਨੀ ਮਗਨ ਅਵਸਥਾ ਵਿੱਚ ਉੱਠ ਟੁਰਿਆ ਸ਼ਹਿਰ ਵੱਲ। 1945 ਅਕਤੂਬਰ ਦਾ ਵਾਕਿਆ ਹੈ। ਉਹ ਪੁੱਜਿਆ ਖਾਲਸਾ ਸਮਾਚਾਰ ਦੇ ਹਾਲ ਬਾਜ਼ਾਰ ਵਾਲੇ ਦਫ਼ਤਰ। ਉੱਥੇ ਪੁੱਜ ਅੰਦਰ ਗਵਾਚੇ ਹੀ ਕੁਝ ਕਿਤਾਬਾਂ ਲਈਆਂ ਤੇ ਮੱਲੋ ਮੱਲੀ ਕਰਤਾ ਜੀ ਬਾਰੇ ਪੁੱਛ ਕੀਤੀ। ਤਦ ਪਤਾ ਲੱਗਾ ਜੋ ਸ੍ਰੀ ਜੀ ਅੰਮ੍ਰਿਤਸਰ ਜੀ ਹੀ ਹਨ ਤੇ 60 ਲਾਰੈਂਸ ਰੋਡ ਪਰ ਰਹਿੰਦੇ ਹਨ। ਸੋ ਕੋਈ ਅਦਿਸ਼ ਖਿੱਚ ਲੈ ਟੁਰੀ ਮੰਜ਼ਿਲੇ ਮਕਸੂਦ ਵੱਲ। ਬਰਸਾਤ ਦਾ ਦਿਨ ਸੀ। ਗੇਟ ਤੇ ਪੁੱਜ ਕੇ ਕਾਰਡ ਅੰਦਰ ਭੇਜਿਆ। ਟਾਂਗਾ ਤੇ ਛੱਡ ਦਿੱਤਾ ਸੀ, ਪਰ ਦਿਲ ਧੱਕ ਧੱਕ ਕਰ ਰਿਹਾ ਸੀ। ਕੋਈ ਅਜੀਬ ਆਸ ਯਾਨੀ ਐਕਸਪੈਕਟੇਸ਼ਨ ਦੀ ਕੈਫੀਅਤ ਯਾਨੀ ਮਨੋਦਸ਼ਾ ਸੀ। ਝੱਟ ਬੁਲਾਵਾ ਆ ਗਿਆ। ਪੋਰਚ ਵਿੱਚ ਪੁੱਜਣ ਦੇ 2 ਮਿੰਟਾਂ ਵਿੱਚ ਦਰਵਾਜ਼ਾ ਖੁੱਲਿਆ। ਸੋ ਸੁਭ ਕਦਮ ਧਰਦੇ ਕੋਈ ਆ ਗਏ। ਫਤਿਹ ਗਜਾਈ। ਸਾਹਮਣੇ ਸਪਰਿੰਗੀ ਬੈਂਚ ਪਰ ਬੈਠਣ ਦੀ ਸਹਿਨਤ ਕਰਕੇ ਆਪ ਸਾਹਮਣੇ ਕੁਰਸੀ ਪਰ ਬੈਠ ਗਏ। ਵਿਚਕਾਰ ਇੱਕ ਲੱਕੜੀ ਦੀ ਮੇਜ਼ ਪਈ ਸੀ। ਬੜੇ ਹੀ ਮਿੱਠੇ ਲੱਗੇ। ਆਪਣੇ ਜਨਮਾਂ ਤੋਂ ਸਿਆਣੂ ਆਪਣੇ ਲੱਗੇ। ਕੁਝ ਧਾਰਮਿਕ ਨੁਕਤਿਆਂ ਤੇ ਧਰਮ ਅਰਥ ਜੋ ਰਕਮ ਖਰਚ ਕਰਨੀ ਸੀ ਬਾਰੇ ਵਿਚਾਰ ਆਉਂਦੀ ਰਹੀ। ਯਕਦਮ ਜਿਉਂ ਹੀ ਦਿਲ ਨੱਪੀ ਗੱਲ ਯਾਦ ਆਈ ਤਾਂ ਹੰਝੂ ਵਹਿ ਟੁਰੇ। ਹੰਝੂ ਵਹੀ ਜਾਣ ਤੇ ਕਹੀ ਜਾਵੇ, ਵੇਖੋ ਜੀ, ਸਾਈਂ ਦੀ ਇਹ ਵੱਡ ਬਖਸ਼ਿਸ਼ ਹੈ ਕਿ ਲੱਖੋਂ ਰੁਪਇਆ ਧਰਮ ਅਰਥ ਖਰਚ ਕਰਨਾ ਹੈ ਤੇ ਕਰਤੂਤ ਆ ਕੀਤੀ ਕਿ ਕੋਇਟਾ ਸਟੇਸ਼ਨ ਤੋਂ ਚਲਦੇ ਸਮੇਂ ਵਕਤ ਨਾ ਹੋਣ ਕਰਕੇ ਅੰਗੂਰਾਂ ਦਾ ਟੋਕਰਾ ਜੋ ਨਾਲ ਲਿਆ ਸੀ ਉਹ ਨਾ ਤੁਲਵਾਇਆ। ਇੱਥੇ ਗੇਟ ਤੇ ਜਦ ਟਿਕਟ ਕਲੈਕਟਰ ਨੇ ਵਧੇਰੇ ਸਮਾਨ ਵੇਖ ਕੇ ਤੋਲਿਆ ਤਾਂ ਜੇਬ ਵਿੱਚ ਸੈਂਕੜੇ ਰੁਪਏ ਹੁੰਦਿਆਂ 3 ਰੁਪਏ ਵੱਡੀ ਦੇ ਕੇ ਗੁਰੂ ਜੀ ਦੀ ਨਗਰੀ ਵਿੱਚ ਆ ਦਾਖਲ ਹੋਇਆ। ਮਨ ਲਾਂਤਾ ਪਾ ਰਿਹਾ ਸੀ ਕਿ ਇਸ਼ਨਾਨ ਕਰਕੇ ਜਦ ਸ੍ਰੀ ਦਰਬਾਰ ਸਾਹਿਬ ਪੁੱਜਿਆ ਤਦ ਰਾਗੀ ਸਿੰਘ ਪੜ੍ਹ ਰਹੇ ਸਨ ਕਾਲੇ ਲਿਖ ਨਾ ਲੇਖ ਤੇ ਪਲਟਾ ਦੇ ਕੇ ਦਿਲ ਵਿਨ ਰਹੇ ਸਨ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਹੰਝੂ ਵਹਿ ਟੁਰੇ। ਠਲੀਵਨ ਹੀ ਨਾ, ਮੁੜ ਉਂਝੇ ਹੀ ਹੰਝੂ ਵਗੀ ਗਏ। ਇਹ ਅਤ ਦਾ ਪਛਤਾਵਾ ਦਿਲ ਦੀ ਡੂੰਘਾਈ ਵਿੱਚੋਂ ਨਿਕਲਿਆ ਵੇਖ ਕੇ ਭਾਈ ਸਾਹਿਬ ਜੀ ਦਰਵ ਗਏ ਤੇ ਫਰਮਾਇਆ ਨੇ, ਇੱਕ ਵੇਰ ਸਾਡੇ ਨਾਲ ਵੀ ਇਵੇਂ ਹੋਇਆ ਕਿ ਸ੍ਰੀ ਅੰਮ੍ਰਿਤਸਰ ਜੀ ਆ ਰਹੇ ਸੀ। ਇੱਕ ਟੀਟੀ ਨੇ ਰਸਤੇ ਵਿੱਚ ਕਿਹਾ, ਤੁਹਾਡਾ ਸਮਾਨ ਜ਼ਿਆਦਾ ਹੈ। ਅਸੀਂ ਕਿਹਾ, ਜ਼ਿਆਦਾ ਹੀ ਦਿਸਦਾ ਹੈ ਪਰ ਤੁਲਵਾ ਨਹੀਂ ਸਕੇ। ਟੀਟੀ ਕੁਝ ਸੋਚ ਕੇ ਕਿਹਾ, ਤੁਸੀਂ ਕਿੱਥੇ ਜਾ ਰਹੇ ਹੋ? ਸ੍ਰੀ ਅੰਮ੍ਰਿਤਸਰ। ਉਹ ਹੋਰ ਕੁਝ ਕਹੇ ਬਿਨਾਂ ਉੱਥੋਂ ਚਲਾ ਗਿਆ। ਅਸੀਂ ਉਸ ਦਿਨ ਦੇ ਬੜੇ ਪਰਟੀਕੂਲਰ ਯਾਨੀ ਖਾਸ ਧਿਆਨ ਦਿੰਦੇ ਹਾਂ ਕਿ ਰੇਲ ਸਫ਼ਰ ਵਿੱਚ ਸਮਾਨ ਪਹਿਲੇ ਤੁਲ ਜਾਵੇ। ਇਹ ਸੁਣ ਕੇ ਨੌਜਵਾਨ ਦਾ ਦਿਲ ਠੌਰੇ ਆ ਗਿਆ ਤੇ ਹੁਣ ਤੀਕ ਉਦੋਂ ਦੇ ਮਨੋ ਮਨ ਕੀਤੇ ਪ੍ਰਣ ਨੂੰ ਸਤਿਗੁਰ ਨਿਭਾਈ ਆ ਰਹੇ ਹਨ। ਐੜਾ ਇਸੇ ਤਰ੍ਹਾਂ ਦੀ ਇੱਕ ਹੋਰ ਵਾਰਤਾ ਯਾਦ ਆ ਗਈ ਹੈ। ਭਾਈ ਸਾਹਿਬ ਜੀ ਆਮ ਤੌਰ ਤੇ ਰੇਲਵੇ ਦੀ ਇੰਟਰ ਕਲਾਸ ਵਿੱਚ ਸਫ਼ਰ ਕਰਦੇ ਸਨ। ਇੱਕ ਸਟੇਸ਼ਨ ਤੇ ਕਿਸੇ ਕੰਮ ਉਤਰੇ, ਗੱਡੀ ਚੱਲ ਪਈ ਤੇ ਆਪ ਜੀ ਨੂੰ ਦੌੜ ਕੇ ਗੱਡੀ ਫੜਨੀ ਪਈ। ਸਾਹਮਣੇ ਜੋ ਡੱਬਾ ਆਇਆ ਉਸੇ ਤੇ ਚੜ੍ਹ ਗਏ, ਪਰ ਉਹ ਡੱਬਾ ਫਸਟ ਕਲਾਸ ਦਾ ਸੀ।
ਆਪ ਜੀ ਅਗਲੇ ਸਟੇਸ਼ਨ ਤੇ ਜਾ ਕੇ ਟੀਟੀ ਨੂੰ ਮਿਲੇ ਤੇ ਕਹਿਣ ਲੱਗੇ, ਮੇਰੇ ਪਾਸ ਇੰਟਰ ਕਲਾਸ ਦੀ ਟਿਕਟ ਹੈ, ਪਰ ਮਜਬੂਰੀ ਵਿੱਚ ਮੈਂ ਅਮਕੇ ਸਟੇਸ਼ਨ ਤੋਂ ਲੈ ਕੇ ਇਸ ਸਟੇਸ਼ਨ ਤੱਕ ਫਸਟ ਕਲਾਸ ਵਿੱਚ ਸਫ਼ਰ ਕਰ ਬੈਠਾ ਹਾਂ। ਆਪ ਜੀ ਉਤਨੇ ਫਾਸਲੇ ਦਾ ਫਸਟ ਕਲਾਸ ਦਾ ਕਿਰਾਇਆ ਲੈ ਲਵੋ। ਟੀਟੀ ਇਹ ਸੁਣ ਕੇ ਅਚੰਭਤ ਹੋ ਗਿਆ, ਕਿਉਂਕਿ ਇਸ ਤੋਂ ਪਹਿਲਾਂ ਉਸਨੂੰ ਕਦੀ ਕੋਈ ਮੁਸਾਫਰ ਇਤਨਾ ਦਿਆਨਤਦਾਰ ਨਹੀਂ ਸੀ ਮਿਲਿਆ। ਟੀਟੀ ਨੇ ਆਪ ਜੀ ਦੇ ਚਿਹਰੇ ਵੱਲ ਤੱਕਿਆ, ਅੱਖਾਂ ਨੀਵੀਆਂ ਪਾ ਲਈਆਂ ਤੇ ਬਾਅਦਬ ਕਹਿਣ ਲੱਗਾ, ਸਰਦਾਰ ਸਾਹਿਬ, ਕੋਈ ਗੱਲ ਨਹੀਂ, ਆਪ ਬੇਫਿਕਰ ਹੋ ਕੇ ਆਪਣੀ ਸੀਟ ਤੇ ਬੈਠ ਜਾਓ। ਜਿਵੇਂ ਉੱਪਰ ਲਿਖੀ ਇੱਕ ਯੁਵਕ ਦੀ ਸੱਚੀ ਵਾਰਤਾ ਉਸਨੇ ਸ੍ਰੀਮਾਨ ਭਾਈ ਸਾਹਿਬ ਜੀ ਨੂੰ ਸੁਣਾਈ ਤੇ ਉਹਦਾ ਦਿਲ ਠਵਰੇ ਆਇਆ, ਨਾਲੇ ਸੁਮਾਰਗ ਪਿਆ, ਤਿਵੇਂ ਹੀ ਇਹ ਹਰ ਕਿਸੇ ਦੇ ਤਜਰਬੇ ਵਿੱਚ ਆਈ ਗੱਲ ਹੈ ਕਿ ਸ੍ਰੀਮਾਨ ਭਾਈ ਸਾਹਿਬ ਜੀ ਦੇ ਜੀਵਨ ਵਿੱਚ ਦਿਆਨਤਦਾਰੀ ਇੱਕ ਮੂਲਕ ਜੀਵਨ ਵਰਤੋਂ ਸੀ ਤੇ ਇਹ ਨਿਰੋਲ ਸੱਚ ਹੈ, ਬਿਨਾਂ ਹੱਕ ਦੀ ਪਛਾਣ ਦੇ ਰੱਬ ਦੀ ਪਛਾਣ ਵੀ ਨਹੀਂ ਹੁੰਦੀ। ਹੱਕ ਅਲਾਲ ਬਖੋਰੋ ਖਾਣਾ, ਦਿਲ ਦਰਿਆਵੋ ਧੋਵੋ ਮੈਲਾਣਾ, ਪੀਰ ਪਛਾਣੈ ਪਿਸਤੀ ਸੋਈ, ਅਜਰਾਇਲ ਨਾ ਦੋਸਥਰ। ਹੱਕ ਹਲਾਲ ਦੀ, ਆਪਣੇ ਹਿੱਸੇ ਦੀ, ਧਰਮ ਵੇਦ ਕਮਾਈ ਦਾ ਅੰਨ ਖਾਣਾ ਪਰਮਾਰਥਕ ਜੀਵਨ ਦਾ ਇੱਕ ਅਹਿਮ ਨੁਕਤਾ ਹੈ। ਇਹਦੇ ਨਾਲ ਮਨ ਠਵਰੇ ਆਉਂਦਾ ਹੈ, ਭਾਵ ਪਰ ਅਧੀਨ ਹੋ ਕੇ ਡਾਵਾਂਡੋਲ ਨਹੀਂ ਹੁੰਦਾ, ਨਾ ਹੀ ਬੇਹੱਕੀ ਦਾ ਸਹਿਮ ਇਸ ਨੂੰ ਖਾਂਦਾ ਹੈ। ਇਉਂ ਕੁਝ ਕੋ ਟਿੱਕੇ ਮਨ ਨੂੰ ਧੋਵੀਦਾ ਹੈ, ਸਾਰੀਆਂ ਹਉਮੈ ਦੀਆਂ ਮਹਿਲਾਂ ਦੂਰ ਕਰੀਦੀਆਂ ਹਨ, ਜੋ ਹੁੰਦੀਆਂ ਹਨ। ਨਾਮ ਤੁਲ ਤੇ ਨਾਮ ਮਿਲਦਾ ਹੈ ਸੱਚੇ ਗੁਰਾਂ ਤੋਂ। ਗੁਰੂ ਰੂ ਪੰਜ ਪਿਆਰਿਆਂ ਦੇ ਸਮੂਹ ਤੋਂ ਅੰਮ੍ਰਿਤ ਛਕਦਿਆਂ ਤੇ ਪੱਕਦਾ ਹੈ ਪੀਰ ਯਾਨੀ ਸੱਚੇ ਸਾਧੂ ਦੀ ਸੰਗਤ ਵਿੱਚ। ਫਿਰ ਨਰਕਾਂ ਦੀ ਪੁੱਛ ਨਹੀਂ ਹੁੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।